ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, तेह मिलंत जम त्रास मिटाई। एक अरदास पाठ कीरत की, गुरु रामदास राखो शरणाई। तेरी शरण मेरे दीन दयाला, सुख सागर मेरे गुर गोपाला। कर कृपा नानक गुण गावे, राखो शर्म असाड़ी जियो। सतगुरु गरीब नवाज सच्चे पातशाह जी दसां पातशाहियां दे पावन पवित्र परदख रूप शब्द गुरु ज्ञान प्रकाश श्री गुरु ग्रंथ साहिब सच्चे पातशाह जी की पावन पवित्र हजूरी विच जुड़ बैठे सत्कारयोग गुरु रूप साध संगत जीओ। आप जी वडभागी हो। अकाल पुरख वाहिगुरू वालों प्राप्त होए अमोलक जीवन नूं सफल करन लई सजे हुए दीवान विच पहुँच के अमृत बाणी दी विचार भाई मेघ सिंह जी आप जी नूं सुना रहे सन। आओ भावें के आपां श्लोकां दी व्याख्या करनी सी, पर पोथी पहली है, इस करके आपां खुली विचार नाल जुड़ने। सारे प्यार सहित विचार आरंभण तो पहला गुरु बख्शी फतेह बुलाओ जी। वाहिगुरु जी का खालसा, वाहिगुरु जी की फतेह। वाहिगुरु जी की फतेह। लड़ीवार विचारां विच आप जी ने सरवण कीता है कि अकाल पुरख वाहिगुरू सारियां जीवां दे विच संदूर वांग खिलरिया होया है। गुरु की बाणी विच अकाल पुरख नूं एक नाम दिता गया है ते ओदी खोज ओनू लभण वास्ते एक बड़ा सोहना तरीका साडे सामने रखिया। क्योंकि सारी जिन्ने भी अज तक रहबर होए ने, जिन्ने धर्म ने, कोई मस्जिद जाता है, कोई मंदिर जाता है, कोई गुरुद्वारे विच जाता है। ये वखरी गल है कि उस थां ते जाण वालियां नूं शायद चेता भुल गया होवे भी ये कादे वास्ते बने। ये हुंदा है धार्मिक अस्थान, धार्मिक ग्रंथ, कथा कीर्तन, लंगर कादे वास्ते बने ने, ये बड़ा घट चेते रहिंदा है। पर इत्थे
ਕਰਨਾ ਕੀ ਹੈ ਆ ਕੇ ਉਸ ਆਪਣੇ ਸਿਰਜਣਹਾਰ ਨਾਲ ਜੁੜਨ ਦੀ ਜਾਚ ਸਿੱਖਣੀ ਹੈ, ਤਰੀਕਾ ਸਿੱਖਣਾ ਹੈ, ਜੁਗਤ ਸਿੱਖਣੀ ਹੈ। ਇਹ ਇਸ ਵਾਸਤੇ ਬਣੇ ਨੇ, ਇਹਨਾਂ ਦਾ ਹੋਰ ਕੋਈ ਪ੍ਰਯੋਜਨ ਨਹੀਂ ਸੀ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤੇ ਆਪਣੇ ਸਿੱਖ ਨੂੰ ਪਹਿਲੇ ਸ਼ੁਰੂ ਵਿੱਚ ਹੀ ਸਮਝਾ ਦਿੱਤਾ। ਕਹਿੰਦੇ ਗੁਰਦੁਆਰੇ ਦਾ ਅਰਥ ਤੇ ਮਤਲਬ ਚੰਗੀ ਤਰ੍ਹਾਂ ਸਮਝ ਲੈ। ਗੁਰਦੁਆਰਾ ਕਾਹਦੇ ਲਈ ਹੈ? ਉਹਨਾਂ ਨੂੰ ਵੀ ਇਹ ਖਤਰਾ ਸੀ ਕਿ ਬੰਦਾ ਕਿਤੇ ਆਪਣੀ ਡਿਊਟੀ ਤੋਂ ਭੱਜ ਨਾ ਜਾਏ। ਇਸ ਕਰਕੇ ਉਹਨਾਂ ਸ਼ੁਰੂ ਵਿੱਚ ਸਾਨੂੰ ਕਹਿ ਦਿੱਤਾ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਸੋਝੀ ਦਾ ਮਤਲਬ ਕੀ ਹੈ? ਗਿਆਨ। ਤੇ ਗਿਆਨ ਗੁਰਦੁਆਰੇ ਵਿੱਚੋਂ ਕਾਹਦਾ ਲੈਣਾ ਹੈ? ਦੁਨੀਆ ਦਾ ਗਿਆਨ ਤੇ ਬਾਹਰ ਹੈ ਹੀ। ਸਕੂਲ ਹੈ, ਪਾਠਸ਼ਾਲਾ ਹੈ, ਉਹ ਗਿਆਨ ਉੱਥੋਂ ਬਥੇਰਾ ਮਿਲ ਜਾਣਾ। ਇਹ ਸੋਝੀ ਕਿਹਨੂੰ ਕਹਿ ਰਹੇ ਨੇ? ਸੋਝੀ ਦਾ ਇੱਥੇ ਕੀ ਮਤਲਬ ਹੈ? ਸੋਝੀ ਦਾ ਮਤਲਬ ਇੱਥੇ ਗਿਆਨ ਹੈ। ਤੇ ਗਿਆਨ ਦਾ ਕੀ ਮਤਲਬ ਹੈ? ਹੁਣ ਗਿਆਨ ਜਿਹੜਾ ਹੈ ਉਹਦੇ ਵੀ ਅਰਥ ਕਈ ਵਾਰੀ ਅਸੀਂ ਆਪਣੇ ਕੱਢਨੇ। ਗਿਆਨ ਦੇ ਅਰਥ ਕਈ ਵਾਰੀ ਇਹ ਸੋਚ ਲਿਆ ਜਾਂਦਾ ਹੈ ਕਿ ਭਾਸ਼ਾ ਆਉਂਦੀ ਏ, ਅੱਖਰ ਆਉਂਦੇ ਨੇ, ਅੱਖਰ ਜੋੜ ਲਈਦੇ ਨੇ, ਕੁਝ ਬੋਲ ਲਈਦਾ, ਕੁਝ ਲਿਖ ਲਈਦਾ। ਇੱਥੇ ਭੁਲੇਖਾ ਪੈ ਜਾਂਦਾ ਗਿਆਨ ਹੈ। ਪਰ ਸਾਧ ਸੰਗਤ ਜੀ, ਇਹ ਗਿਆਨ ਦੀ ਸ਼ੁਰੂਆਤ ਤਾਂ ਹੋ ਸਕਦੀ, ਇਹ ਪੂਰਾ ਗਿਆਨ ਨਹੀਂ ਹੈ। ਇਹ ਗਿਆਨ ਦੀ ਸ਼ੁਰੂਆਤ ਹੋ ਸਕਦੀ, ਇਹ ਸੰਪੂਰਨ ਗਿਆਨ ਨਹੀਂ ਹੈ। ਇਹ ਇਸ ਤਰ੍ਹਾਂ ਤੇ ਹੋ ਸਕਦਾ ਹੈ ਜਿਵੇਂ ਬੱਚੇ ਖੇਡਣ ਵਾਸਤੇ ਕਾਗਜ਼ ਦੀਆਂ ਬੇੜੀਆਂ ਬਣਾਉਂਦੇ ਨੇ ਤੇ ਥੋੜੇ ਜਿਹੇ ਪਾਣੀ ਵਿੱਚ ਤਾਰ ਕੇ ਵੇਖਦੇ ਨੇ ਵੀ ਤਰਦੀ ਹੈ ਕਿ ਨਹੀਂ। ਕਾਗਜ਼ ਦੀ ਬੇੜੀ ਆਪਾਂ ਵੇਖਿਆ ਹੋਣਾ, ਬੱਚੇ ਖੇਡਦੇ ਨੇ। ਕਾਗਜ਼ ਦੀ ਬੇੜੀ ਬਣਾਈ, ਪਾਣੀ ਦੇ ਉੱਤੇ ਤਾਰੇ, ਬੜੇ ਖੁਸ਼ ਹੁੰਦੇ ਨੇ, ਮੇਰੀ ਬੇੜੀ ਬੜੀ ਸੋਹਣੀ ਤਰ ਗਈ। ਤੇ ਤਰਦੀ ਬੜੀ ਸੌਖੀ, ਕਿਉਂ? ਕਾਗਜ਼ ਦੀ। ਪਰ ਉਹ ਕਾਗਜ਼ ਦੀ ਬੇੜੀ ਖੇਡਣ ਵਾਸਤੇ ਜ਼ਰੂਰ ਹੈ। ਇੱਕ ਕੰਮ ਹੋਰ ਦੇ ਜਾਂਦੀ ਹੈ ਵੀ ਉਹ ਲੱਕੜ ਦੀ ਬੇੜੀ ਬਣਾਉਣ ਦੀ ਜਾਚ ਉੱਥੋਂ ਆ ਜਾਏਗੀ। ਜਿਵੇਂ ਆਪਾਂ ਕਿਸੇ ਚੀਜ਼ ਨੂੰ ਬਣਾਉਣਾ ਹੋਵੇ ਤੇ ਪਹਿਲਾਂ ਅਸੀਂ ਉਹਨੂੰ ਆਰਜੀ ਤੌਰ ਤੇ ਉਹਦੀ ਪ੍ਰੈਕਟਿਸ ਕਰਨੇ ਆ ਵੀ ਇਸ ਤਰ੍ਹਾਂ ਬਣੇਗੀ। ਬਣਾ ਕੇ ਵੇਖਦੇ ਉਹਦਾ ਆਰਜੀ ਨਕਸ਼ਾ, ਜਿਵੇਂ ਪੂਰਨੇ ਪਾਈਦੇ ਨੇ ਵੀ ਬਣਾ ਕੇ ਵੇਖ ਲਈ, ਨਕਸ਼ਾ ਤੇ ਬਣਾਈਏ। ਜਿਵੇਂ ਆ ਗੁਰਦੁਆਰਾ ਬਾਅਦ ਵਿੱਚ ਬਣਿਆ ਹੋਵੇਗਾ, ਬਿਲਡਿੰਗ ਬਾਅਦ ਵਿੱਚ ਬਣੀ ਹੈ, ਪਰ ਇਹਦਾ ਨਕਸ਼ਾ ਪਹਿਲਾਂ ਕਾਗਜ਼ ਤੇ ਬਣਿਆ ਸੀ। ਆਮ ਹੀ ਤੁਸੀਂ ਵੇਖੋਗੇ ਗੁਰਦੁਆਰਿਆਂ ਦੇ ਵਿੱਚ ਕਈ ਥਾਵਾਂ ਤੇ ਨਵੀਂ ਬਿਲਡਿੰਗ ਬਣਨੀ ਹੁੰਦੀ ਹੈ ਤੇ ਬਾਹਰ ਤੁਸੀਂ ਇੱਕ ਸ਼ੀਸ਼ੇ ਦੇ ਵਿੱਚ ਮੜਿਆ ਹੋਇਆ ਨਕਸ਼ਾ ਵੇਖੋਗੇ ਵੀ ਆਹ ਗੁਰਦੁਆਰਾ ਇਸ ਤਰ੍ਹਾਂ ਦਾ ਬਣਨਾ ਹੈ। ਹੁਣ ਉੱਥੇ ਇੱਕ ਭੁਲੇਖਾ ਵੀ ਲੱਗ ਸਕਦਾ ਹੈ, ਬੰਦਾ ਉਸੇ ਨੂੰ ਗੁਰਦੁਆਰਾ ਦੀ ਬਿਲਡਿੰਗ ਸਮਝ ਲੈ, ਕਿਉਂਕਿ ਬੜੀ ਸੋਹਣੀ ਬਣੀ ਹੋਈ। ਤੇ ਫਿਰ ਤੇ ਕੰਮ ਅੱਧ ਵਿੱਚ ਰਹਿ ਗਿਆ ਨਾ। ਉਹ ਤੇ ਸਿਰਫ ਇੱਕ ਮਾਡਲ ਸੀ, ਇੱਕ ਨਕਸ਼ਾ ਸੀ ਕਿ ਇਸ ਤਰ੍ਹਾਂ ਦਾ ਇੱਕ ਬਿਲਡਿੰਗ ਆਪਾਂ ਤਿਆਰ ਕਰਨੀ ਹੈ। ਪਰ ਹੁਣ ਉਹ ਹੈ ਵੀ ਸੌਖਾ, ਥੋੜੇ ਪੈਸਿਆਂ ਵਿੱਚ ਬਣ ਗਿਆ, ਹੈ ਵੀ ਸੌਖਾ ਕੰਮ। ਉਹਦੇ ਤੇ ਨਾ ਮਾਇਆ ਜ਼ਿਆਦਾ ਲੱਗੇ, ਨਾ ਟਾਈਮ ਲੱਗੇ, ਨਾ ਮਿਹਨਤ ਕਰਨੀ ਪਏ, ਪਰ ਉਹ ਕੰਮ ਨਹੀਂ ਦੇਗੀ। ਜਿਹੜਾ ਅਸੀਂ ਭਾਸ਼ਾ ਦਾ ਗਿਆਨ ਲੈਂਦੇ ਹਾਂ, ਜਿਹੜਾ ਅਸੀਂ ਵਿਦਿਆ ਸਿੱਖਦੇ ਹਾਂ ਕਿਸੇ ਵਿਦਿਆਲਿਆ ਦੇ ਵਿੱਚ, ਕਿਸੇ ਟਕਸਾਲ ਦੇ ਵਿੱਚ, ਕਿਸੇ ਪੋਥੀ ਵਿੱਚੋਂ, ਉਹ ਸਿਰਫ ਇੰਨਾ ਕਿ ਉਸ ਗਿਆਨ ਨੂੰ ਅਜੇ ਹੋਰ ਜਾ ਕੇ ਕਮਾਉਣਾ ਪੈਣਾ। ਅਜੇ ਸਿਰਫ ਗਿਆਨ ਦਾ ਮਾਡਲ ਬਣਿਆ, ਸਾਨੂੰ ਪਤਾ ਲੱਗ ਗਿਆ ਵੀ ਕਿਵੇਂ ਗਿਆਨ ਕਿਹਨੂੰ ਕਹਿੰਦੇ ਨੇ, ਅੱਖਰਾਂ ਦੁਆਰਾ ਪਤਾ ਲੱਗ ਗਿਆ। ਪਰ ਉੱਥੇ ਜੇ ਭੁਲੇਖਾ ਪੈ ਗਿਆ ਵੀ ਮੈਨੂੰ ਅੱਖਰ ਆਉਣ ਲੱਗ ਪਏ ਤੇ ਉਹ ਬੰਦਾ ਬਸ ਉਸੇ ਤਰ੍ਹਾਂ ਜਿਵੇਂ ਆਪਾਂ ਮਾਡਲ ਨੂੰ ਗੁਰਦੁਆਰਾ ਸਮਝ ਲਏ, ਉਹਦੇ ਦੁਆਲੇ ਭਟਕ ਜਾਏਗਾ, ਉੱਥੇ ਹੀ ਰਹਿ ਜਾਏਗਾ। ਤੇ ਔਰ ਇਹ ਹੁੰਦਾ ਹੈ, ਇਹ ਗੱਲ ਹੁੰਦੀ ਇਕੱਲੇ ਨਹੀਂ ਕਿ ਮੈਂ ਸਟੇਜ ਦੀ ਗੱਲ ਕਰ ਰਿਹਾ। ਹੁਣ ਗਿਆਨੀ ਜੀ ਨੇ ਕਥਾ ਕੀਤੀ,
ਗੁਰੂ ਸਾਹਿਬ ਨੇ ਤੇ ਕਥਾ ਕੀਰਤਨ ਨੂੰ ਸੁਖਦਾਈ ਕਿਹਾ ਨਾ। ਵੈਸੇ ਕਥਾ ਕੀਰਤਨ ਸੁਖਦਾਈ, ਸੁਖ ਦਿੰਦਾ ਹੈ। ਇਹ ਆਮ ਬੰਦਾ ਵੀ ਭਰਮ ਵਿੱਚ ਪੈ ਜਾਂਦਾ ਹੈ ਵੀ ਮੈਂ ਵੀ ਤੇ ਕਿਤਾਬਾਂ ਪੜ੍ਹੀਆਂ ਨੇ। ਅੱਜ ਕੱਲ੍ਹ ਤੇ ਰਿਵਾਜ ਹੀ ਬੜਾ ਹੈ, ਅੱਜ ਕੱਲ੍ਹ ਰਿਵਾਜ ਬੜਾ ਹੈ। ਜਿਵੇਂ ਪੁਰਾਣੇ ਸਮੇਂ ਵਿੱਚ ਨਾ ਮੰਨਿਆ ਜਾਂਦਾ ਸੀ ਵੀ ਜਦੋਂ ਕਿਤੇ ਰਿਸ਼ਤਾ ਕਰਦੇ ਸੀ ਤੇ ਪੁੱਛਦੇ ਸੀ ਪਿੰਡ ਵਿੱਚ ਇਹਦੇ ਸਿਰ ਤੇ ਉਧਾਰ ਕਿੰਨਾ ਕੁ ਹੈ, ਇਹਨੇ ਉਧਾਰ ਕਿੰਨਾ ਕੁ ਦੇਣਾ। ਪਹਿਲਾਂ ਦੀ ਕਸਵੱਟੀ ਹੋਰ ਹੁੰਦੀ ਸੀ, ਹੁਣ ਦੀ ਕਸਵੱਟੀ ਹੋਰ ਹੈ। ਹੁਣ ਕਹਿੰਦੇ ਇਹਦੇ ਕੋਲ ਜਮ੍ਹਾਂ ਕਿੰਨੇ ਕੁ ਨੇ। ਇੱਥੋਂ ਬੰਦੇ ਦਾ ਪਤਾ ਲੱਗਦਾ ਵੀ ਇਹ ਆਦਮੀ ਜਿਹੜਾ ਹੈ ਇਹਦੇ ਕੋਲ ਕੁਝ ਹੈ, ਵੀ ਇਹਦੇ ਕੋਲ ਮਾਇਆ ਕਿੰਨੀ ਕੁ ਜਮ੍ਹਾਂ ਹੈ, ਪ੍ਰਾਪਰਟੀ ਕਿੰਨੀ ਕੁ ਹੈ, ਸੇਵਿੰਗ ਕਿੰਨੀ ਕੁ ਕੀਤੀ ਹੈ। ਹੁਣ ਵਾਲੇ ਆਪਾਂ ਇੰਨੇ ਸਿਆਣੇ ਨਹੀਂ, ਉਦੋਂ ਬੜੇ ਸਿਆਣੇ ਲੋਕ ਸਨ। ਉਹ ਕਹਿੰਦੇ ਵੀ ਇਹਦੇ ਸਿਰ ਤੇ ਕਿੰਨਾ ਕੁ ਕਰਜ਼ਾ ਹੈ, ਇਹਨੇ ਪਿੰਡ ਕਿਸੇ ਦੁਕਾਨ ਵਾਲੇ ਦੇ ਪੈਸੇ ਦੇਣੇ ਨੇ ਕਿ ਨਹੀਂ ਦੇਣੇ। ਤੇ ਜੇ ਕਹਿੰਦੇ ਸਨ ਵੀ ਦੇਣੇ ਨੇ ਫਿਰ ਰਿਸ਼ਤਾ ਕਰ ਦਿੰਦੇ ਸਨ। ਕਹਿੰਦੇ ਆਹ ਬੰਦਾ ਬਹੁਤ ਕੰਮ ਦਾ। ਕਿਉਂ? ਮੰਨਿਆ ਜਾਂਦਾ ਸੀ ਵੀ ਇਹਦੀ ਕਿਤੇ ਨਾ ਕਿਤੇ ਕਿਸੇ ਦਾ ਭਰੋਸਾ ਹੈ ਤਾਂ ਹੀ ਇਹਨੂੰ ਕਿਸੇ ਉਧਾਰ ਕਰ ਲਿਆ ਨਾ। ਜੇ ਭਰੋਸੇ ਨਾ ਹੋਵੇ ਬੰਦੇ ਦਾ ਤੇ ਉਧਾਰ ਕਿੰਨੇ ਕਰਨਾ। ਇਹ ਭਰੋਸੇ ਦੀ ਨਿਸ਼ਾਨੀ ਹੈ, ਭਰੋਸੇ ਕਰਕੇ ਹੈ। ਇਸੇ ਤਰ੍ਹਾਂ ਬਿਲਕੁਲ ਅੱਜ ਕੱਲ੍ਹ ਦੀ ਨਿਸ਼ਾਨੀ ਇੱਕ ਹੋਰ ਹੈ। ਅੱਜ ਕੱਲ੍ਹ ਦਾ ਧਾਰਮਿਕ ਬੰਦਾ, ਭਾਵੇਂ ਉਹ ਹਿੰਦੂ ਹੋਵੇ, ਪੁਰਾਣ ਉਹਨੇ ਕਦੀ ਵੇਦ ਕਦੀ ਖੋਲ ਕੇ ਨਾ ਵੇਖੇ ਹੋਣ, ਮੁਸਲਮਾਨ ਹੋਵੇ ਕੁਰਾਨ ਕਦੀ ਦੂਰੋਂ ਵੀ ਨਾ ਵੇਖੀ ਹੋਵੇ, ਸਿੱਖ ਹੋਵੇ ਤੇ ਜਪਜੀ ਸਾਹਿਬ ਦਾ ਪਹਿਲਾ ਪੰਨਾ ਵੀ ਨਾ ਪੜ੍ਹਿਆ ਹੋਵੇ, ਤੇ ਜੇ ਉਹ ਸੋਚਦਾ ਮੈਂ ਸਵਾਲ ਨਾ ਕੀਤਾ ਤੇ ਮੈਂ ਸਿੱਖ ਹੀ ਨਹੀਂ। ਸਵਾਲ ਕਰਨ ਦੀ ਨਿਸ਼ਾਨੀ ਆਪਾਂ ਪੁੱਛਣਾ ਕੁਝ, ਭਾਵੇਂ ਨਾ ਹੀ ਕੁਝ ਆਉਂਦਾ ਹੋ। ਇੱਥੇ ਮੈਂ ਇਹ ਨਹੀਂ ਕਹਿ ਰਿਹਾ ਵੀ ਸਵਾਲ ਹੋਣਾ ਨਹੀਂ ਚਾਹੀਦਾ, ਸਵਾਲ ਜ਼ਰੂਰ ਹੋਣੇ ਚਾਹੀਦੇ। ਸਵਾਲਾਂ ਤੋਂ ਪਤਾ ਲੱਗਦਾ ਵੀ ਬੰਦਾ ਕੰਮ ਕਰ ਰਿਹਾ ਉਸ ਚੀਜ਼ ਤੇ। ਪਰ ਸਵਾਲ ਗੁਰਬਾਣੀ ਵਿੱਚੋਂ ਹੋਣ। ਬਾਣੀ ਪੜ੍ਹੋ, ਕਿੰਨੇ ਸਵਾਲ ਨੇ। ਜਪਜੀ ਸਾਹਿਬ ਦੀ ਆਰੰਭਤਾ ਹੀ ਸਵਾਲ ਤੋਂ ਹੁੰਦੀ ਹੈ। ਕਿਵ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟਾ ਬਾਲ। ਪਹਿਲਾ ਸਵਾਲ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪਾਂ ਸੱਚੇ ਕਿਵੇਂ ਹੋਈਏ, ਪਵਿੱਤਰ ਕਿਵੇਂ ਹੋਈਏ, ਤੇ ਸਾਡੇ ਵਿੱਚੋਂ ਝੂਠ ਦਾ, ਪਦਾਰਥਾਂ ਦਾ ਮੋਹ ਕਿਵੇਂ ਘਟੇ। ਸਭ ਤੋਂ ਪਹਿਲਾ ਸਵਾਲ ਹੈ ਗੁਰਬਾਣੀ ਦਾ। ਇਹ ਤੇ ਆਪਾਂ ਕਦੀ ਕਰਦੇ ਨਹੀਂ। ਆਪਣੇ ਸਵਾਲ ਤੇ ਉਹ ਹੀ ਨੇ ਜਿਹੜੇ ਇੰਟਰਨੈਟ ਤੇ 5-7 ਸਾਡੇ ਬਿਜ਼ਨਸਮੈਨਾਂ ਨੇ ਪਾਏ ਨੇ। ਮੈਂ ਤੇ ਉਹਨਾਂ ਨੂੰ ਬਿਜ਼ਨਸਮੈਨ ਹੀ ਕਹਿੰਦਾ, ਉਹ ਕਥਾਵਾਚਕ ਨਹੀਂ। ਉਹਨਾਂ ਨੇ ਲੋਕਾਂ ਨੂੰ ਭੜਕਾਉਣਾ ਹੁੰਦਾ ਤੇ ਆਪਣੀ ਜੇਬ ਭਰਨੀ। ਗੁਰਬਾਣੀ ਦਾ ਕਿੱਥੇ ਸਵਾਲ ਹੁੰਦਾ? ਬੜੇ ਘੱਟ ਗੁਰਮੁਖ ਨੇ ਗੁਰਬਾਣੀ ਵਿੱਚੋਂ ਸਵਾਲ ਕਰਨ। ਸਾਰੀ ਬਾਣੀ ਸਵਾਲਾਂ ਦੇ ਜਵਾਬ ਵਿੱਚ ਹੀ ਉਚਾਰੀ ਗਈ ਹੈ। ਪਹਿਲੀ ਪੌੜੀ ਸਵਾਲ ਹੈ, ਕਿਵ ਸਚਿਆਰਾ ਹੋਈ ਹੈ, ਅੱਗੇ ਤੁਰੋ। ਸਾਹਿਬ ਕਹਿੰਦੇ ਨੇ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਵਾਹਿਗੁਰੂ ਦੇ ਅੱਗੇ ਕੀ ਭੇਟ ਕਰੀਏ, ਇਹ ਵੀ ਕੁਐਸਚਨ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮੂੰਹ ਤੋਂ ਕਿਵੇਂ ਦੇ ਸ਼ਬਦ ਕਹੀਏ ਕਿ ਰੱਬ ਸਾਨੂੰ ਪਿਆਰ ਕਰਨ ਲੱਗ ਪਏ, ਇਹ ਵੀ ਸਵਾਲ। ਕਿੰਨੇ ਸਵਾਲ ਨੇ ਬਾਣੀ ਦੇ ਵਿੱਚ। ਪਰ ਉਹ ਸਵਾਲ ਕਿਤੇ ਕਾਰਗਰ ਨੇ, ਬੰਦਾ ਉਹ ਕੰਮ ਕਰਦਾ ਤੇ ਉਹਦੇ ਵਿੱਚੋਂ ਸਵਾਲ ਨਿਕਲੇ ਨੇ, ਨਾ ਕਿ ਸੁਣੇ ਸੁਣਾਏ ਕਿਸੇ ਦੇ ਸਵਾਲ ਅਸੀਂ ਚੁੱਕ ਕੇ ਤੁਰ ਪਏ ਨੇ। ਇਸ ਕਰਕੇ ਗਿਆਨ ਦਾ ਅਰਥ ਅੱਖਰੀ ਗੱਲਾਂ ਨੂੰ ਚੇਤੇ ਕਰ ਲੈਣਾ ਨਹੀਂ, ਇਹ ਧਿਆਨ ਰੱਖਣਾ। ਨਹੀਂ ਤੇ ਅਸੀਂ ਕਈ ਲੋਕਾਂ ਤੇ ਭਰੋਸਾ ਕੀਤਾ ਹੈ। ਕਈ ਵਾਰੀ ਵੇਖਣ ਵਿੱਚ ਆਇਆ ਬੰਦਾ 20 ਸਾਲਾਂ ਤੋਂ ਕਥਾ ਕਰ ਰਿਹਾ ਸੀ, ਇਹਨੂੰ ਤੇ ਪਤਾ ਹੀ ਕੱਖ ਨਹੀਂ, ਇਹਨੇ ਜਿਹੜੀ ਗੱਲ ਕਰ ਦਿੱਤੀ। ਕਿਉਂ ਹੋਇਆ? ਸਾਨੂੰ ਭੁਲੇਖਾ ਲੱਗ ਗਿਆ ਸੀ ਵੀ ਇਹਨੇ ਚੈਪਟਰ ਜਿਹੜੇ ਨੇ ਜੋੜ ਕੇ ਬੋਲੇ ਸਨ ਤੇ ਇਹ ਬ੍ਰਹਮ ਗਿਆਨੀ। ਉਹ ਗਿਆਨੀ ਅੱਖਰਾਂ ਦਾ ਹੋ ਸਕਦਾ, ਉਹ ਬ੍ਰਹਮ ਦਾ ਗਿਆਨੀ ਨਹੀਂ ਹੋ ਸਕਦਾ। ਬ੍ਰਹਮ ਦਾ ਮਤਲਬ ਰੱਬ ਨਾਲ ਉਹਦੀ ਸਾਂਝ ਅਜੇ ਨਹੀਂ ਬਣੀ। ਹਾਂ, ਅੱਖਰਾਂ ਨੇ ਸਾਧਨ ਜ਼ਰੂਰ ਬਣਨਾ ਹੈ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੀ ਵਰਤੋਂ ਕਰ ਜ਼ਰੂਰ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਿਖਾਣ। ਅੱਖਰਾਂ ਨੇ ਸੰਜੋਗ ਬਣਾਉਣਾ। ਜੇ ਸੰਸਾਰ ਨਾਲ ਜੁੜਨਾ ਹੈ ਤੇ ਮੂੰਹ ਤੋਂ ਬੋਲੇ ਹੋਏ ਅੱਖਰਾਂ ਦੁਆਰੇ ਜੁੜਿਆ ਜਾਏਗਾ। ਜੇ ਨਿਰੰਕਾਰ ਨਾਲ ਜੁੜਨਾ ਹੈ ਤੇ ਅੱਖਰ ਜੋੜਨਗੇ, ਹੋਰ ਕੋਈ ਸਾਧਨ ਨਹੀਂ, ਬੋਲਣਾ ਪਏਗਾ। ਅੱਖਰ ਤੋਂ ਬਿਨਾਂ ਜੋੜ ਪੈ ਹੀ ਨਹੀਂ ਸਕਦਾ।
ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ। ਪਰ ਜਿਸ ਵਾਹਿਗੁਰੂ ਨੇ ਇਹ ਸਾਰੇ ਅੱਖਰ ਬਣਾਏ ਨੇ ਉਹਦੇ ਤੇ ਅੱਖਰ ਲਾਗੂ ਨਹੀਂ ਹੁੰਦੇ, ਉਹ ਨਿਰ ਅੱਖਰ ਹੈ, ਅੱਖਰਾਂ ਤੋਂ ਪਾਰ ਹੈ। ਜਦੋਂ ਉਹਦੇ ਨਾਲ ਸੁਰਤ ਜੁੜੇਗੀ ਉੱਥੇ ਸਾਰੀ ਆਵਾਜ਼ ਬੰਦ ਹੋ ਜਾਏਗੀ, ਸਾਈਲੈਂਟ, ਉੱਥੇ ਕੁਝ ਵੀ ਨਹੀਂ, ਆਨੰਦ ਤੋਂ ਬਿਨਾਂ ਉੱਥੇ ਕੁਝ ਨਹੀਂ। ਪਰ ਸ਼ੁਰੂਆਤ ਅੱਖਰਾਂ ਤੋਂ ਜ਼ਰੂਰ ਹੋਵੇਗੀ, ਰਮਤਾ ਜ਼ਰੂਰ ਹੋਵੇਗੀ। ਜਿਨ ਇਹ ਲਿਖੇ ਤੇ ਸਿਰ ਨਾਹੇ, ਉੱਥੇ ਜਾ ਕੇ ਕੋਈ ਅੱਖਰ ਨਹੀਂ ਰਹਿੰਦਾ। ਮੈਂ ਇਹ ਵੀ ਬੇਨਤੀ ਕਰਦਿਆਂ, ਜਦੋਂ ਕੋਈ ਰੱਬ ਵਿੱਚ ਮਿਲਦਾ ਹੈ ਉਦੋਂ ਨਾ ਕੋਈ ਹਿੰਦੂ ਹੁੰਦਾ ਹੈ, ਨਾ ਮੁਸਲਮਾਨ ਹੁੰਦਾ ਹੈ, ਨਾ ਸਿੱਖ ਹੁੰਦਾ ਹੈ, ਉਦੋਂ ਸਿਰਫ ਉਹ ਪਰਮਾਤਮਾ ਹੀ ਹੁੰਦਾ। ਉਹਦਾ ਰੂਪ ਹੋ ਗਿਆ, ਉਹਦੇ ਤੋਂ ਬਾਅਦ ਮਿਲਾਪ ਹੈ। ਠੀਕ ਹੈ, ਬਾਹਰਲੇ ਚਿੰਨ੍ਹ ਬਣੇ ਰਹਿੰਦੇ ਨੇ, ਬਾਹਰਲਾ ਰੂਪ ਬਣਿਆ ਰਹਿੰਦਾ ਹੈ, ਇਹ ਚੀਜ਼ ਵੱਖਰੀ ਹੈ। ਪਰ ਉੱਥੇ ਜਾ ਕੇ, ਉੱਪਰ ਜਾ ਕੇ, ਆ ਥੱਲੇ ਕਿੰਨੇ ਝਗੜੇ ਨੇ, ਇੱਕ ਨਾਲ ਦੂਜਾ ਝਗੜਦਾ। ਹੁਣ ਤੇ ਕੌਮਾਂ ਦੇ ਝਗੜਿਆਂ ਦੀ ਗੱਲ ਨਹੀਂ, ਹੁਣ ਤੇ ਇੱਕ ਸਟੇਜ ਤੇ ਚਾਰ ਚਾਰ ਤਰ੍ਹਾਂ ਦੇ ਖਿਆਲਾਂ ਦੇ ਲੋਕ ਆਪਸ ਵਿੱਚ ਭਿੜੀ ਜਾਂਦੇ ਨੇ। ਉਹ ਸਮਾਂ ਇਸ ਤਰ੍ਹਾਂ ਦਾ ਆ ਗਿਆ। ਪਰ ਉੱਪਰ ਜਾ ਕੇ ਵੇਖੋ, ਉੱਥੇ ਕੋਈ ਝਗੜਾ ਨਹੀਂ, ਉੱਥੇ ਕੋਈ ਲੜਾਈ ਨਹੀਂ। ਕਿਉਂ? ਉਹ ਸਾਰੇ ਇੱਕੋ ਜਿਹੇ ਹੋ ਗਏ, ਇੱਕ ਵਿੱਚ ਲੀਨ ਹੋ ਗਏ। ਇਹ ਸਿਰਫ ਵਖਰੇਵੇਂ ਇੱਥੇ ਸਾਡੀ ਹਉਮੈ ਕਰਕੇ ਬਣੇ। ਇਸ ਕਰਕੇ ਮੈਂ ਬੇਨਤੀ ਜਿਹੜੀ ਕਰ ਰਿਹਾ ਸੀ, ਇਹ ਵਸੀਲਾ ਹੈ ਕਿ ਅਸੀਂ ਉਸ ਗਿਆਨ ਨੂੰ ਲੱਭਣਾ, ਜਿਹਨੂੰ ਗੁਰੂ ਸਾਹਿਬ ਨੇ ਬ੍ਰਹਮ ਗਿਆਨ ਕਿਹਾ, ਜਾਂ ਇਉਂ ਕਹਿ ਲਓ ਅਖਰੀ ਗਿਆਨ ਤੋਂ ਬ੍ਰਹਮ ਗਿਆਨ ਦੀ ਯਾਤਰਾ ਹੈ ਸਿੱਖੀ ਦੀ ਜਿਹੜੀ ਵਿਦਿਆ ਹੈ। ਅਖਰੀ ਗਿਆਨ ਤੋਂ ਸ਼ੁਰੂ ਕਰਨਾ, ਸਮਝ ਤੋਂ ਸ਼ੁਰੂ ਕਰਨਾ ਤੇ ਸਮਝ ਤੋਂ ਪਾਰ ਜਾਣਾ ਹੈ। ਇਹ ਧਿਆਨ ਰੱਖਣਾ। ਬੁੱਧੀ ਦੀ ਵਰਤੋਂ ਕਰਨੀ ਹੈ। ਜਿੱਦਣ ਬੁੱਧੀ ਸਵੱਛ ਹੋ ਗਈ, ਬੁੱਧੀ ਵੀ ਆਤਮਾ ਬਣ ਜਾਏਗੀ। ਇਹਦੇ ਵਿੱਚ ਹੀ ਆਤਮਾ। ਮੈਲ ਕਰਕੇ ਇਹ ਮਨਮਤ ਹੈ। ਜਦੋਂ ਮੈਲ ਅੰਦਰੋਂ ਨਿਕਲ ਗਈ, ਇਹ ਗੁਰਮਤ ਬਣ ਗਈ ਤੇ ਇਹ ਵਸੀਲਾ ਬਣੇਗੀ ਉਸ ਦਰ ਤੱਕ ਜਾਣ ਦਾ ਜਿਹਦੇ ਵਾਸਤੇ ਅਸੀਂ ਇਸ ਸੰਸਾਰ ਵਿੱਚ ਪਹੁੰਚੇ ਆਏ। ਇਸ ਕਰਕੇ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਕਿ ਇਸ ਢੰਗ ਦੇ ਨਾਲ ਅਕਾਲ ਪੁਰਖ ਨੂੰ ਕਿੱਥੇ ਲੱਭਣਾ ਸਿੱਖ ਨੇ। ਤੁਸੀਂ ਜਿਹੜੀ ਵਿਆਖਿਆ ਸੁਣ ਰਹੇ ਸੀ, ਮੈਂ ਉਹਦੇ ਆਧਾਰ ਤੇ ਤੁਹਾਡੇ ਨਾਲ ਕੁਝ ਬੇਨਤੀਆਂ ਕਰ ਰਿਹਾ ਕਿ ਸਿੱਖ ਪਰਮਾਤਮਾ ਨੂੰ ਕਿੱਥੋਂ ਲੱਭੇ, ਕਿਹੜੀ ਥਾਂ ਤੇ ਉਹਦੀ ਖੋਜ ਕਰੇ। ਗੁਰਬਾਣੀ ਵਾਹਿਗੁਰੂ ਨੂੰ ਕਿੱਥੇ ਕਹਿ ਰਹੀ ਹੈ, ਉੱਥੇ ਇੱਕ ਨਾਂ ਦਿੱਤਾ। ਮੈਂ ਉਹਦੇ ਉੱਤੇ ਬੇਨਤੀ ਕਰ ਰਿਹਾ, ਕਿਉਂਕਿ ਕਥਾ ਵਿੱਚ ਚੱਲ ਰਿਹਾ ਸੀ ਕਿ ਸਾਰਗ ਜਿਉ ਪਗ ਧਰੈ ਠਿਮ ਠਿਮ, ਆਪ ਆਪ ਸੰਧੂਰੇ। ਕਹਿਣ ਲੱਗੇ ਤੂੰ ਇਹਨਾਂ ਲੋਕਾਂ ਦੇ ਵਿੱਚ ਕਿਵੇਂ ਤੁਰੀ ਜਾਂਦਾ, ਠਿਮ ਠਿਮ ਪੈਰ ਰੱਖਣਾ, ਬੜੀ ਮਸਤ ਚਾਲ ਵਿੱਚ ਵੀ ਤੁਰਨਾ। ਤੇਰੀ ਆਵਾਜ਼ ਬੜੀ ਮਿੱਠੀ, ਤੇਰੀ ਆਵਾਜ਼ ਬੜੀ ਮਿੱਠੀ। ਗੁਰੂ ਗੋਬਿੰਦ ਸਿੰਘ ਤੇ ਇਹਦੇ ਤੋਂ ਵੀ ਅੱਗੇ ਚਲੇ ਜਾਂਦੇ। ਗੁਰੂ ਕੀ ਬਾਣੀ ਵਿੱਚ ਪਰਮਾਤਮਾ ਦਾ ਥਾਂ ਜਗਜੀਵਨ ਕਿਹਾ ਹੈ। ਜਗਜੀਵਨ ਪੁਰਖ ਤਿਆਗ ਕਹਿ, ਮਾਨਸ ਸੰਧੀ ਆਸ। ਗੁਰੂ ਸਾਹਿਬ ਕਹਿੰਦੇ ਨੇ ਜਿੱਥੇ ਜੀਵ ਜਿਉਂਦਾ ਹੈ, ਰੱਬ ਨੂੰ ਉੱਥੋਂ ਲੱਭ, ਹੋਰ ਕਿਤੇ ਨਾ ਲੱਭੀ। ਆ ਜਿਹੜੇ ਜੀਵ ਤੁਰੇ ਫਿਰਦੇ ਨੇ, ਜਿਹੜੇ ਵੇਖ ਰਹੇ ਨੇ, ਇਹਨਾਂ ਦੀ ਅੱਖਾਂ ਵਿੱਚ ਝਾਕ ਚੰਗੀ ਤਰ੍ਹਾਂ। ਇਹ ਤੁਰ ਰਹੇ ਨੇ, ਇਹਨਾਂ ਦੀ ਚਾਲ ਦੇ ਵਿੱਚ ਵੇਖ, ਉਹ ਆਪ ਤੁਰ ਰਿਹਾ ਹੈ। ਜਗ ਜੀਵਨ, ਜਿੱਥੇ ਜਿੱਥੇ ਜੀਵਨ ਹੈ ਉੱਥੇ ਪਰਮਾਤਮਾ ਨੂੰ ਵੇਖ। ਜੜ ਵਿੱਚ ਨਾ ਵੇਖ, ਉਹਨੂੰ ਚੇਤਨ ਵਿੱਚ ਵੇਖ। ਜੜ ਸ਼ਬਦ ਤੇ ਚੇਤਨ। ਵੈਸੇ ਤੇ ਸਿੱਖ ਨੂੰ ਆਪ ਥੋੜੇ ਜਿਹੇ ਲਫ਼ਜ਼ ਤੇ ਇਹਦੇ ਅਰਥ ਆਉਣੇ ਚਾਹੀਦੇ ਨੇ, ਟੈਸਟ ਹੋਣਾ ਚਾਹੀਦਾ। ਆਪਾਂ ਸਿੱਖ ਅਖਵਾਉਂਦੇ ਹਾਂ ਵੀ ਜੜ ਤੇ ਚੇਤਨ ਕੀ ਹੈ, ਸੂਖਮ ਤੇ ਅਸਥੂਲ ਕੀ ਹੈ, ਪਰ ਬੜੀ ਘੱਟ ਉਮੀਦ ਹੈ ਵੀ ਆਪਾਂ ਇਹਨਾਂ ਬਾਰੇ ਜਾਣਦੇ ਹੋਈਏ। ਤੇ ਜੇ ਇਹਨਾਂ ਦੀ ਅੱਖਰਾਂ ਦੀ ਸਮਝ ਆ ਜਾ ਤੇ ਕਥਾ ਸੁਣਨੀ ਸੌਖੀ ਹੋ ਜਾਏਗੀ, ਪਾਠ ਕਰਨਾ ਸੌਖਾ ਹੋ ਜਾਏਗਾ, ਕਿਉਂਕਿ ਵਾਰ-ਵਾਰ ਆਉਂਦੇ ਨੇ ਹਰ ਇੱਕ ਸ਼ਬਦ ਵਿੱਚ। ਜੜ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਪਈ ਹੈ ਜਿੱਥੇ ਉੱਥੇ ਪਈ ਰਹਿੰਦੀ, ਉਹਦੇ ਵਿੱਚ ਜਿੰਦ ਨਹੀਂ, ਉਹਨੂੰ ਜੜ ਕਹਿੰਦੇ ਨੇ। ਜੜ ਤੇ ਚੇਤਨ ਉਹਨੂੰ ਕਹਿੰਦੇ ਨੇ ਜਿਹੜੀ ਚੀਜ਼ ਤੁਰਦੀ ਫਿਰਦੀ ਬਹਿੰਦੀ। ਆ ਜਿੰਨੀਆਂ ਜੂਨਾਂ ਨੇ, ਪਸ਼ੂ ਪੰਛੀ ਨੇ, ਸਾਰੇ ਮਨੁੱਖ ਨੇ, ਇਹ ਚੇਤਨ ਹੈ। ਚੇਤਨ, ਚੇਤਨ ਦਾ ਮਤਲਬ ਇਹ ਚੇਤਨ ਨੇ।
ਇਹਨਾਂ ਦੇ ਵਿੱਚ ਐਕਟੀਵਿਟੀ ਹੋ ਰਹੀ ਹੈ, ਇਹਨਾਂ ਦੇ ਵਿੱਚ ਹਰਕਤ ਹੋ ਰਹੀ ਹੈ। ਹੁਣ ਆਹ ਸਾਹਮਣੇ ਕੈਮਰਾ ਪਿਆ, ਇਹ ਚੇਤਨ ਨਹੀਂ, ਇਹ ਜੜ ਹੈ, ਪਰ ਕੰਮ ਕਰ ਰਿਹਾ ਹੈ। ਇਹ ਜੜ ਦਾ ਮਤਲਬ ਇੱਕੋ ਥਾਂ ਤੇ ਪਿਆ, ਉੱਥੇ ਪਿਆ। ਜੇ ਦੂਜੇ ਨੇ ਚੁੱਕਣਾ ਤੇ ਤਾਂ ਇਹਦਾ ਥਾਂ ਬਦਲਣਾ। ਪਿਆਰ ਹੋਵੇ ਤੇ ਮੇਰੇ ਖਿਆਲ 'ਚ 20 ਸਾਲ ਇਹਨੂੰ ਨਾ ਚੁੱਕੋ, ਇੱਥੇ ਪਿਆਰ ਹੈ। ਸਾਡਾ ਜਿਹੜਾ ਜੀਵਨ ਹੈ ਵੀ ਜੜ ਤੇ ਚੇਤਨ ਦਾ ਸੁਮੇਲ ਹੈ। ਜੜ ਦਾ ਮਤਲਬ ਆ ਜਿਹੜਾ ਸਰੀਰ ਹੈ, ਇਹ ਜੜ ਹੈ। ਅੰਦਰਲਾ ਚੇਤਨ ਜਿਹੜਾ ਇਹਨੂੰ ਚੁੱਕ ਕੇ ਤੁਰਿਆ ਫਿਰਦਾ ਸਾਰਾ ਦਿਨ। ਸਾਡੇ ਸਰੀਰ ਨੂੰ ਕੌਣ ਲਈ ਫਿਰਦਾ? ਅਸੀਂ ਕਹਿੰਦੇ ਆ ਮੈਂ ਹੱਥ ਚੁੱਕਿਆ ਹੈ। ਇਹ ਚੇਤਨ ਜਿਹੜਾ ਅੰਦਰ ਹੈ ਨਾ, ਆਤਮਾ ਜਿਹੜੀ ਹੈ, ਉਹ ਚੁੱਕ ਕੇ ਤੁਰੀ ਫਿਰਦੀ ਹੈ। ਤੇ ਜਿਸ ਦਿਨ ਉਹ ਵਿੱਚੋਂ ਨਿਕਲ ਗਈ, ਫਿਰ ਤੇ ਉਹ ਸਾਰੀ ਉਮਰ ਸਾਨੂੰ ਆਪ ਨਹਾਉਂਦਿਆਂ ਨੂੰ ਹੋ ਗਈ। ਉਦੋਂ ਨਹੀਂ ਨਹਾਤਾ ਜਾਣਾ, ਫਿਰ ਚੁੱਕ ਕੇ ਪਾਉਣਗੇ ਪੱਟੇ ਤੇ, ਫਿਰ ਨਹਾਉਣਗੇ। ਕਿਉਂ? ਕਿਉਂਕਿ ਵਿੱਚੋਂ ਚੇਤਨ ਨਿਕਲ ਗਿਆ। ਚੇਤਨ ਜੜ ਨੂੰ ਚੁੱਕ ਕੇ ਰੱਖਦਾ। ਜੜ ਅਸਥੂਲ ਆ ਸਰੀਰ। ਤੇ ਸਾਡੇ ਜੀਵਨ ਦੀ ਗਲਤੀ ਕੀ ਹੈ? ਸਭ ਤੋਂ ਵੱਡੀ, ਅਸੀਂ ਜੀਵਨ ਨੂੰ ਅਸਥੂਲ ਸਮਝ ਲਿਆ, ਜੜ ਸਮਝ ਲਿਆ। ਅਸੀਂ ਚੇਤਨਤਾ ਨੂੰ ਅੰਦਰੋਂ ਜਾਣੇ ਨਹੀਂ, ਜੀਵਨ ਨੂੰ ਜਾਣੇ ਨਹੀਂ। ਅਸੀਂ ਮੁਰਦੇ ਨਾਲ ਪਿਆਰ ਕਰਨੇ। ਬੰਦੇ ਦੀ ਬੜੀ ਅਜੀਬ ਗਿਆਨ ਹੈ। ਮੰਗਦਾ ਜੀਵਨ ਹੈ, ਸਨੇਹ ਮੁਰਦੇ ਨਾਲ ਕਰਦਾ। ਆ ਸਰੀਰ ਕੀ ਹੈ? ਜੇ ਸਰੀਰ ਦਾ ਵਿਗਿਆਨ ਵੇਖਿਆ ਜਾਏ ਤੇ ਤੁਰਦਾ ਫਿਰਦਾ ਮੁਰਦਾ ਹੀ ਹੈ, ਹੋਰ ਕੀ ਹੈ? ਇਹਦੇ ਅੰਦਰ ਜੇ ਉਹ ਸਿਸਟਮ ਚੱਲ ਰਿਹਾ, ਉਹਦੇ ਕਰਕੇ ਚੱਲ ਰਿਹਾ। ਸਰੀਰ ਦੇ ਵਿੱਚੋਂ ਮੈਂ ਤੇ ਕਈ ਵਾਰੀ ਸੋਚਣਾ ਵੀ ਉਹ ਜਿਹੜੀ ਆਤਮਾ ਸਾਡੇ ਅੰਦਰ ਜਿੰਦ, ਉਹ ਕਿੰਨੀ ਪਾਵਰਫੁਲ ਹੋਏਗੀ, ਕਿੰਨੀ ਉਹਦੇ ਵਿੱਚ ਤਾਕਤ ਹੋਵੇਗੀ ਕਿ ਉਹਦੇ ਰਹਿਣ ਕਰਕੇ ਆ ਮਾਸ ਜਿਹੜਾ ਹੈ ਬਿਲਕੁਲ ਨਵਾਂ ਤਾਜ਼ਾ ਰਹਿੰਦਾ ਹੈ। ਜਿੱਦਣ ਨਿਕਲ ਜੇ 24 ਘੰਟਿਆਂ ਬਾਅਦ ਇਹਦੇ ਵਿੱਚ ਕੀੜੇ ਪੈ ਜਾਂਦੇ ਨੇ। ਉਦੋਂ ਇਹ ਸਰੀਰ ਦੇ ਵਿੱਚ ਕੀੜੇ ਚੱਲ ਪੈਣਗੇ, ਬਦਬੂ ਆਉਣ ਲੱਗ ਪਏਗੀ। ਕਿਸੇ ਨੇੜੇ ਨਹੀਂ ਆਉਣਾ, ਡੱਬੇ ਵਿੱਚ ਬੰਦ ਕਰ ਦੇਣਗੇ ਦਵਾਈ ਲਾ ਕੇ। ਸਾਡੀ ਇਹ ਅਗਿਆਨਤਾ ਹੈ ਕਿ ਅਸੀਂ ਸਨੇਹ ਮੌਤ ਨਾਲ ਕਰਨੇ ਆ, ਮੁਰਦੇ ਨਾਲ, ਸਰੀਰ ਨਾਲ, ਯਾਨੀ ਕਿ ਮੁਰਦਾ। ਸਾਡੀ ਮੁਹੱਬਤ ਤੇ ਮੋਹ ਮੁਰਦੇ ਨਾਲ ਮੰਗਦੇ ਅਸੀਂ ਜੀਵਨ। ਗੁਰੂ ਸਾਹਿਬ ਕਹਿੰਦੇ ਤੂੰ ਜੀਵਨ ਮੰਗਣਾ ਤੇ ਜੀਵਨ ਨਾਲ ਪ੍ਰੇਮ ਕਰ, ਜਿਹੜਾ ਤੇਰੇ ਅੰਦਰ ਚੱਲਦਾ ਹੈ। ਤੈਨੂੰ ਜੀਵਨ ਮਿਲ ਜਾਏਗਾ, ਸਦਾ ਜੀਵਨ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਪਰ ਇਹ ਤੇ ਸੜੀ ਵਿੱਚ ਪਿਆ ਵੀ ਮੈਂ ਮੁਰਦੇ ਨੂੰ ਜਿਉਂਦੇ ਰੱਖਣਾ, ਮੈਂ ਮਿੱਟੀ ਨੂੰ ਜਿਉਂਦੀ ਰੱਖਣਾ। ਇੱਥੇ ਗਲਤੀ, ਸਭ ਤੋਂ ਵੱਡੀ ਗਲਤੀ ਮਨੁੱਖ ਦੀ। ਇਹਨੇ ਮੋਹ ਪਾਇਆ ਮਿੱਟੀ ਨਾਲ, ਮੁਰਦੇ ਨਾਲ ਮੋਹ ਪਾ ਕੇ ਬੈਠਾ। ਤੇ ਮੁਰਦੇ ਦੀ ਕੀਮਤ ਤੇ ਉਹਨਾਂ ਚਿਰ ਜਿੰਨਾ ਚਿਰ ਦੇ ਵਿੱਚ ਜਗ ਜੀਵਨ ਚੱਲ ਰਿਹਾ। ਤੇ ਜਦੋਂ ਜਗ ਜੀਵਨ ਵਿੱਚੋਂ ਪਾਸੇ ਹੋ ਗਿਆ, ਇਹਨੂੰ ਕਿੰਨੇ ਪੁੱਛਣਾ? ਜਬ ਉੱਠੀ ਚੱਲੀ ਕੰਤੜਾ ਤਬ ਕੋਏ ਨਾ ਪੁੱਛੇ ਤੇਰੀ ਬਾਤ। ਫਿਰ ਨਹੀਂ ਤੇਰੀ ਬਾਤ ਕਿਸੇ ਨੇ ਪੁੱਛਣੀ। ਆ ਕਿੰਨੇ ਮਿਟ ਗਏ ਨੇ ਸਾਡੇ ਸਾਹਮਣੇ, ਦਿਸਦੇ ਨਹੀਂ ਕਿੱਧਰ। ਅਸੀਂ ਕਹਿੰਦੇ ਸਾਂ ਆਹ ਬੰਦੇ ਨੇ, ਉਹ ਮਨੁੱਖ ਹੈ ਹੀ ਨਹੀਂ ਸਨ। ਉਹਨੂੰ ਕੋਈ ਚੀਜ਼ ਚਲਾ ਰਹੀ ਸੀ, ਉਹ ਪਾਸੇ ਹੋ ਗਈ। ਪਰਤ ਕੇ ਨਕਸ਼ੇ ਤੇ ਹੈ ਨਹੀਂ, ਫੋਟੋ ਹੈ ਸਿਰਫ, ਹੋਰ ਕੁਝ ਵੀ ਨਹੀਂ। ਕਿੱਧਰ ਚਲੇ ਗਏ? ਉਹ ਚਲੇ ਕਿਤੇ ਨਹੀਂ ਗਏ, ਉਹ ਹੈ ਹੀ ਨਹੀਂ ਸਨ। ਅਸੀਂ ਗਲਤੀ ਖਾ ਗਏ ਕਿ ਉਹ ਹੈ, ਸਰੀਰ ਹੈ ਹੀ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ, ਉਹ ਕਹਿੰਦੇ ਤੂੰ ਜਗਜੀਵਨ ਦੇ ਨਾਲ ਜੁੜ। ਜੋ ਜੀਵਨ ਚੱਲ ਰਿਹਾ ਮਨੁੱਖਾਂ ਦੇ ਵਿੱਚ, ਉਹਦੇ ਨਾਲ ਮੁਹੱਬਤ ਕਰ, ਉਹਦੇ ਨਾਲ ਪ੍ਰੇਮ ਕਰ। ਤੇ ਉਹ ਸਾਡੇ ਅੰਦਰ ਹੈ। ਉਹਦੇ ਤੱਕ ਜਾਣ ਦਾ ਵਸੀਲਾ ਕੀ ਹੈ? ਜੋ ਜਗਜੀਵਨ ਹੈ, ਜੋ ਸਾਰਕ ਜਿਉ ਪਗ ਧਰੈ ਠਿਮ ਠਿਮ, ਜਿਹਦੀ ਚਾਲ ਸੁਹਾਵੀ ਹੈ, ਜਿਹਦੀ ਆਵਾਜ਼ ਬੜੀ ਸੁਹਾਵੀ। ਕੋਕਣ ਕੋਕਲਾ ਤਰਲ ਜਵਾਨੀ, ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ। ਉਹਦੇ ਨਾਲ ਜੁੜਿਆ ਕਿਵੇਂ ਜਾਏ? ਹੁਣ ਉਹਦੇ ਨਾਲ ਜੁੜਨ ਵਾਸਤੇ ਉਹਦਾ ਸੈਕਿੰਡ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਉਹ ਲੱਭਣਾ ਪਏਗਾ, ਧਿਆਨ ਦੇਣਾ। ਉਸ ਵਾਹਿਗੁਰੂ ਨਾਲ ਜੁੜਨ ਵਾਸਤੇ ਜੇ ਅਸੀਂ ਕਿਸੇ ਦਫ਼ਤਰ ਵਿੱਚ ਅਸੀਂ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨੀ ਹੈ ਤੇ ਸਿੱਧੇ ਨਹੀਂ ਜਾ ਸਕਦੇ। ਤੁਸੀਂ ਕਿਸੇ ਅਫੀਸਰ ਨਾਲ ਮਿਲਣਾ, ਸਿੱਧੇ ਨਹੀਂ ਜਾ ਸਕਦੇ। ਤੁਹਾਨੂੰ ਉਹਦੇ ਮੈਨੇਜਰ ਦੇ ਨਾਲ, ਤੁਹਾਨੂੰ ਉਹਦੇ ਪੀਏ ਦੇ ਨਾਲ ਕਨੈਕਸ਼ਨ ਕਰਨਾ ਪਏਗਾ, ਉਹ ਲੈ ਕੇ ਜਾ ਸਕਦਾ। ਤੁਹਾਨੂੰ ਕਿਸੇ ਕਾਗਜ਼ ਦੇ ਰਾਹੀਂ, ਕਿਸੇ ਫਾਰਮ ਦੇ ਰਾਹੀਂ ਭਰਨਾ ਪਏਗਾ, ਅਪਲਾਈ ਕਰਨਾ ਪਏਗਾ, ਤਾਂ ਤੁਹਾਨੂੰ ਉਹਦੇ ਉੱਤੇ ਉਸ ਥਾਂ ਤੇ
ਉਹ ਤਰੀਕ ਮਿਲੇਗੀ ਵੀ ਇਸ ਦਿਨ ਤੂੰ ਮਿਲ ਸਕਣਾ। ਕੌਣ ਭਰੇਗਾ? ਉਹ ਸਿੱਧਾ ਨਹੀਂ ਜਾ ਸਕਦੇ, ਉਹਦੇ ਤੱਕ ਐਪਲੀਕੇਸ਼ਨ ਕਰਨੀ ਪਏਗੀ, ਅਪਲਾਈ ਕਰਨਾ ਪਏਗਾ, ਮਾਧਿਅਮ ਚਾਹੀਦਾ ਹੈ। ਤੇ ਮਾਧਿਅਮ ਕੋਈ ਆਮ ਬੰਦਾ ਨਹੀਂ ਹੋ ਸਕਦਾ, ਉਹ ਸਪੈਸ਼ਲ ਉਹ ਲੈ ਕੇ ਜਾ ਸਕਦਾ ਹੈ। ਤੇ ਉਸ ਪਰਮਾਤਮਾ ਦਾ ਜਿਹੜਾ ਮੈਨੇਜਰ ਹੈ, ਜਿਹੜਾ ਪਰਮਾਤਮਾ ਲਈ ਕੰਮ ਕਰ ਰਿਹਾ, ਉਹ ਕੌਣ ਹੈ? ਉਹ ਗੁਰੂ ਹੈ। ਗੁਰੂ ਉਹਦੇ ਤੱਕ ਲੈ ਸਕਦਾ। ਗੁਰੂ ਅਕਾਲ ਪੁਰਖ ਨਾਲ ਜੋੜ ਸਕਦਾ ਹੈ, ਸੰਬੰਧਿਤ ਕਰ ਸਕਦਾ ਹੈ। ਤੇ ਗੁਰਮਤਿ ਵਿੱਚ ਗੁਰੂ ਕਿਹਨੂੰ ਕਹਿੰਦੇ ਨੇ? ਸ਼ਬਦ ਨੂੰ ਗੁਰੂ ਕਿਹਾ ਹੈ। ਸ਼ਬਦ ਉਹਦੇ ਵਿੱਚੋਂ ਲਗਾਤਾਰ ਨਿਕਲ ਰਿਹਾ ਹੈ। ਸ਼ਬਦ ਉਹਦੇ ਵਿੱਚੋਂ ਲਗਾਤਾਰ ਨਿਕਲ ਰਿਹਾ ਹੈ। ਉਸ ਚੇਤਨਾ ਦੇ ਵਿੱਚੋਂ ਜਿਹੜੀ ਸਾਡੇ ਅੰਦਰ ਹੈ ਨਾ, ਸਾਡੇ ਵਿੱਚੋਂ ਕੀ ਨਿਕਲ ਰਹੀ? ਆਵਾਜ਼ ਹੀ। ਜਦੋਂ ਬੰਦੇ ਦਾ ਜਨਮ ਹੁੰਦਾ, ਜ਼ਿੰਦਗੀ ਸ਼ੁਰੂ ਕਿੱਥੋਂ ਹੁੰਦੀ? ਆਵਾਜ਼ ਤੋਂ ਸ਼ੁਰੂ ਹੁੰਦੀ। ਕਿੱਥੋਂ? ਜੇ ਆਵਾਜ਼ ਨਾ ਨਿਕਲੇ ਤੇ ਡਾਕਟਰਾਂ ਨੂੰ ਹੱਥ ਪੈਰ ਪੈ ਜਾਂਦੇ ਨੇ ਵੀ ਬੱਚਾ ਭਾਵੇਂ ਰੋਂਦਾ ਹੀ ਹੈ ਤੇ ਆਵਾਜ਼ ਹੀ ਹੈ ਨਾ, ਸ਼ਬਦ ਕੱਢਦਾ ਮੂੰਹ 'ਚ। ਉਹਦੀ ਪਹਿਲੀ ਆਵਾਜ਼ ਦੇ ਨਾਲ ਸਵਾਸ ਸ਼ੁਰੂ ਹੁੰਦੇ ਨੇ। ਉਹ ਆਵਾਜ਼ ਆਤਮਾ ਦਾ ਪਹਿਲਾ ਪ੍ਰਗਟਾਵਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਉਸ ਪਰਮਾਤਮਾ ਦੇ ਦਰ ਤੱਕ ਜਾਣ ਵਾਸਤੇ ਤੈਨੂੰ ਸ਼ਬਦ ਚਾਹੀਦਾ ਹੈ। ਸ਼ਬਦ ਨਾਲ ਜੁੜ ਜਾ, ਸ਼ਬਦ ਤੈਨੂੰ ਉਹਦੇ ਦਰ ਤੇ ਲੈ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਤਿਗੁਰੂ ਨੂੰ, ਗੁਰੂ ਕੇ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਅਕਾਲ ਪੁਰਖ ਨਾਲ ਸਾਂਝ ਕਿਵੇਂ ਪਵੇ। ਇਹ ਹੈਰਾਨੀ ਦੀ ਗੱਲ ਹੈ, ਗੁਰੂ ਦੇ ਸਰੀਰ ਦੇ ਹੁੰਦਿਆਂ ਵੀ ਸ਼ਬਦ ਦੀ ਲੋੜ ਪੈਂਦੀ ਸੀ ਪਰਮਾਤਮਾ ਨਾਲ ਸਾਂਝ ਕਰਨ ਵਾਸਤੇ। ਗੁਰੂ ਦਾ ਸਰੀਰ ਹੁੰਦਿਆਂ ਵੀ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨੇ, ਕੁਝ ਦਿਨਾਂ ਤੱਕ ਤੁਹਾਨੂੰ ਮੈਂ ਇਹ ਦੱਸ ਦੇਣਾ। ਸਮਾਂ ਆਇਆ, ਇੱਕ ਦਿਨ ਆਪ ਜੀ ਬਾਹਰ ਤੀਰ ਅੰਦਾਜ਼ੀ ਕਰ ਰਹੇ ਸਨ। ਤੀਰ ਚਲਾਉਂਦੇ ਸਨ ਤੇ ਵਾਪਸ ਡਿੱਗ ਪੈਂਦਾ ਸੀ, ਸਿੱਖ ਚੁੱਕ ਕੇ ਲਿਆਉਂਦੇ ਸਨ। ਫਿਰ ਤੀਰ ਕਿਉਂਕਿ ਆਕਾਸ਼ ਵੱਲ ਚਲਾਇਆ ਤੇ ਪਰਤ ਕੇ ਉਹ ਡਿੱਗ ਪੈਣਾ, ਫਿਰ ਲਿਆਉਣਾ। ਇੰਨੇ ਚਿਰ ਨੂੰ ਇੱਕ ਕੋਈ ਮਸਤਾਨਾ ਫਕੀਰ ਆਇਆ, ਉਹਦੇ ਹੱਥ ਦੇ ਵਿੱਚ 2 ਖੰਭ ਸਨ। ਉਹ ਮਸਤਾਨਾ ਫਕੀਰ ਜਦੋਂ ਹਾਜ਼ਰ ਹੋਇਆ ਤੇ ਉਹਨੇ ਸਤਿਗੁਰੂ ਨੂੰ ਦੇ ਅੱਗੇ ਚਰਨਾਂ ਦੇ ਵਿੱਚ ਉਹ ਕਿਸੇ ਪੰਛੀ ਦੇ ਖੰਭ, ਜਿਵੇਂ ਮੋਰ ਦੇ ਹੁੰਦੇ ਨੇ ਜਾਂ ਹੋਰ, ਉਹ ਅੱਗੇ ਭੇਟ ਕਰ ਦਿੱਤੇ। ਤੇ ਸਤਿਗੁਰੂ ਬੜੇ ਖੁਸ਼ ਹੋਇਆ, ਅਸੀਸ ਦਿੱਤੀ ਤੇ ਪੁੱਛਿਆ, ਇਹ ਖੰਭ ਕਾਹਦੇ ਨੇ? ਕਹਿਣ ਲੱਗਾ, ਮਹਾਰਾਜ ਬੜੀ ਮੁਸ਼ਕਲ ਮਿਲੇ ਨੇ। ਮੈਂ ਕਿਹਾ ਚੰਗੀ ਚੀਜ਼ ਹੈ, ਤੁਹਾਡੀ ਭੇਟ ਕਰਦੇ ਹਾਂ। ਇਹ ਹੁਮਾ ਪੰਛੀ ਦੇ ਖੰਭ ਨੇ। ਹੁਮਾ ਪੰਛੀ ਜਿਹਦੇ ਬਾਰੇ ਮੰਨਿਆ ਗਿਆ ਕਿ ਉਹ ਕਦੀ ਜ਼ਮੀਨ ਤੇ ਬਹਿੰਦਾ ਨਹੀਂ, ਉਹ ਸਦਾ ਆਕਾਸ਼ ਵਿੱਚ ਉੱਡਦਾ ਰਹਿੰਦਾ। ਤੇ ਉੱਥੇ ਉੱਡਦੇ ਦੇ ਉਹ ਜਦੋਂ ਆਪਣਾ ਆਂਡਾ ਦਿੰਦਾ ਹੈ, ਉਸੇ ਵੇਲੇ ਉਹ ਟੁੱਟ ਜਾਂਦਾ, ਉਹਦੇ ਵਿੱਚੋਂ ਬੱਚਾ ਜਿਹੜਾ ਉਹ ਵੀ ਨਾਲੇ ਉੱਡਣ ਲੱਗ ਪੈਂਦਾ, ਜ਼ਮੀਨ ਤੇ ਆਉਂਦਾ ਹੀ। ਉਹਨੂੰ ਖੰਭ ਹੀ ਐਸੇ ਲੱਗੇ ਨੇ ਕਿ ਉਹ ਖੰਭ ਜਿਹੜੇ ਨੇ ਉਹਨੂੰ ਆਕਾਸ਼ ਵਿੱਚ ਹੀ ਰੱਖਦੇ ਨੇ। ਉਹ ਖੰਭ ਚੁੱਕ ਕੇ ਰੱਖਦੇ ਉਹਨੂੰ ਉੱਥੇ, ਉਹਦਾ ਜੀਵਨ ਹੈ, ਇਹ ਉਹਦੇ ਖੰਭ ਨੇ। ਤੇ ਕੁਝ ਉਚਾਈ ਤੱਕ ਇਹਨਾਂ ਨੂੰ ਲੈ ਜਾਓ, ਉਹਦੇ ਤੋਂ ਬਾਅਦ ਇਹ ਆਪਣੇ ਆਪ ਆਕਾਸ਼ ਵੱਲ ਚਲੇ ਜਾਂਦੇ ਨੇ। ਇਹਦਾ ਗੁਣ ਹੁਮਾ ਦੇ ਖੰਭਾਂ। ਸਤਿਗੁਰੂ ਨੇ ਜਵਾਬ ਦੇਣਾ ਸੀ ਸਿੱਖਾਂ ਦੇ ਸਵਾਲ ਦਾ ਵੀ ਇਹ ਸੁਰਤ ਵਾਹਿਗੁਰੂ ਦੇ ਦੇਸ਼ ਕਿਵੇਂ ਜਾਏ। ਕਹਿਣ ਲੱਗੇ, ਲਿਆਓ ਰੱਸੀ। ਰੱਸੀ ਲਿਆਂਦੀ, ਤੀਰ ਦੇ ਨਾਲ ਖੰਭ ਬੰਨਿਆ ਜਿਹੜਾ ਆਕਾਸ਼ ਵਿੱਚ ਰਹਿੰਦਾ ਹੈ। ਤੀਰ ਨਾਲ ਖੰਭ ਬੰਨਿਆ ਤੇ ਜਦੋਂ ਤੰਦੀ ਤੇ ਰੱਖ ਕੇ ਚਲਾਇਆ ਆਕਾਸ਼ ਵੱਲ, ਸਿੱਖ ਵੀ ਵਹਿੰਦੇ ਰਹੇ ਤੇ ਗੁਰੂ ਸਾਹਿਬ ਵਹਿੰਦੇ ਰਹੇ। ਕਹਿੰਦੇ ਨੇ ਉਹ ਤੀਰ ਜਿਹੜਾ ਪਰਤ ਕੇ ਜ਼ਮੀਨ ਤੇ ਨਹੀਂ ਆਇਆ, ਆਕਾਸ਼ ਵਿੱਚ ਹੀ ਕਿਤੇ ਜਾ ਕੇ ਗਾਇਬ ਹੋ ਗਿਆ, ਅਲੋਪ ਹੋ ਗਿਆ, ਪਰਤ ਕੇ ਆਇਆ ਨਹੀਂ। ਗੁਰੂ ਸਾਹਿਬ ਕਹਿੰਦੇ ਤੀਰ ਕਿੱਧਰ ਗਿਆ? ਕਹਿੰਦੇ ਮਹਾਰਾਜ ਵਾਪਸ ਨਹੀਂ, ਪਹਿਲੇ ਡਿੱਗ ਪੈਂਦੇ ਸੀ, ਪਹਿਲੇ ਤਾਂ ਡਿੱਗ ਪੈਂਦੇ ਸੀ ਜ਼ਮੀਨ ਤੇ। ਕਹਿਣ ਲੱਗੇ ਬਸ ਤੁਹਾਡੇ ਸਵਾਲ ਦਾ ਜਵਾਬ ਦੇਣਾ ਹੈ। ਇਹ ਤੀਰ ਜਿਹੜਾ ਹੈ ਬੜੀ ਉੱਚੇ ਆਕਾਸ਼ ਦਾ ਵਾਸੀ ਸੀ। ਜਿਹੜਾ ਖੰਭ ਲਿਆ ਹੈ ਉੱਚੇ ਆਕਾਸ਼ ਦਾ ਵਾਸੀ ਸੀ। ਤੀਰ ਦੇ ਨਾਲ ਬੰਨ ਕੇ ਚਲਾਇਆ, ਕਮਾਨ ਨੇ ਚਲਾਇਆ ਹੈ ਤੇ ਉਸ ਤੀਰ ਨੂੰ ਵੀ ਆਕਾਸ਼ ਵਿੱਚ ਲੈ ਗਿਆ ਨਾਲ ਬੰਨ ਕੇ। ਖੰਭ ਉਹਨੂੰ ਤੀਰ ਨੂੰ ਖਿੱਚ ਕੇ ਆਕਾਸ਼ ਵੱਲ ਲੈ ਗਿਆ। ਹਾਂ, ਕਮਾਨ ਦੀ ਲੋੜ ਪਈ ਨਾਲ,
बड़ा प्यारा सिद्धांत है। कमान की लोड़ पई है, वो खंभ तां तीर नूं लैके गया है। इसे तरह सुरत नूं वाहिगुरू दे देश विच लिजाना होवे ते तुहानूं शब्द दे नाल बंधनी पैगी। सुरत जिवें तीर दे नाल खंभ बंधिया, सुरत शब्द दे नाल बंधनी पैगी, सुरत गुरमंत्र दे नाल बंधनी पैगी, सुरत मूल मंत्र नाल बंधनी पैगी, सुरत पंज बाणियां नाल बंधनी पैगी। हाँ, ये ध्यान रखना, कमान नाल रहेगी। कमान दे अर्थ की ने? कमान दे अर्थ ने पंथ। पंथ तो बिना नहीं जाएगी। पंथ का मतलब मर्यादा बाहरली जिहड़ी। कमान का सहारा मिलिया ते तां उस खंभ ने काम किया। शब्द ने भी काम उदन करना है जिदन सिख पंथ विच आएगा, पंज ककारां विच आ जाए, उस दिन शब्द काम करेगा। जोड़ बन गया ते पंथ का मतलब की है? आ सारा जिहड़ा बाहरला सिलसिला पंथ ही आपां गुरुद्वारा बनाया, लंगर चलदा पिया, अखंड पाठ साहिब हुंदा है, अमृत संचार हुंदा है, गुरबाणी की कथा है, कीर्तन है, इतिहास है, ये सारा कुछ है। ये की है? गुरु अस्थान ने, गुरु अस्थानां ते सिख जांदा, प्यार नाल अभ्यास करदा है। ये सारा पंथ है, पंथ तो बिना नहीं जा सकता। इस करके पंथ की लोड़ है, कमान की लोड़ है, तीर तां जाएगा। ते जदों उस अकाल पुरख जिहड़ा सारियां दे विच विचरिया, मैं बेनती कर रहा सी, गुरु साहब कहंदे वो जगजीवन है, वो सारियां दे विच है, ते जिहड़ा सारियां दे विच है तेरे विच भी है। ते सारियां विचों तैनूं तां दिसना, पहलां तूं अपने अंदरों वेखेगा, अपने विचों, बाहरों पहलां नहीं दिसेगा। ये तो केवल साडा एक सिक्ख्या होया ज्ञान है जी, सारियां विच रब है, सारियां विच रब है। ये एक ख्याल है, सिर्फ दिसेगा नहीं, पहला अंदरों प्रगट होएगा, दूजियां विचों बाहर प्रगट होएगा। भाई कन्हैये नूं बाद विच बाहरों दिसिया सी सारे लोकां विचों, जदों उन्हां पानी सारियां नूं पिया दिता सी, पहला भाई कन्हैये ने सेवा करके अपने अंदरों उहनूं वेख लिया सी, बाहरों बाद विच दिसदा। इस करके गुरु ग्रंथ साहिब जी सच्चे पातशाह जी ने उस वाहिगुरू नूं उहदा निवास कित्थे दस्सिया? सारियां दे विच। सहस तव नैन, हजारां ने तेरियां अखां, नन नैन है तोहे कहो, पर तेरी कोई अख नहीं। ये विरोधी शब्द क्यों कहने पे गुरु साहब? अज झगड़ा क्यों पिया है? अज साडे विद्वानां ने कौम दे विच झगड़ा क्यों पा दिता है? वो कहते एक गल आए मैं इनू मनना, दूजी नहीं मनता। बाणी पढ़ी किते ध्यान दे नाल, बाणी दी ते इक्को तुक जे बाहरों वेखो ते विरोध कर रही है। रोज सोहले विच रात नूं तुसीं पढ़ो ध्यान नाल, इक्को पंक्ति दे विच साहब कहंदे ने तेरियां हजारां ही अखां ने ते तेरी एक भी नहीं। ते बंदा कहेगा जां कहो हजारां ने ते जां कहो एक भी नहीं, एक कहो नहीं, कहंदे दोवें ने। तेरी एक भी अख नहीं ते तेरियां हजारां ही अखां ने। हुण इत्थे कितों समझ आवे? इहनूं कहंदे ने अधपढ़। अधपढ़ दा मतलब अनपढ़ बंदा जिहड़ा पढ़िया नहीं वो कदी विवाद नहीं करता, अद्धा पढ़िया विवाद करेगा। अद्धे पढ़े लोग असीं ते आह चीज़ मनने जी, आह मनदे नहीं, विरोधी लगता है। कित्थों समझ आवे? क्योंकि इंटरनेट तो ते आपां सिੱਖਿਆ, किताबां दो पढ़ लईਆਂ ने बस, ਉਹਦੇ ਤੋਂ ਰੱਠਾ ला लिया तो चैप्टर सुनाई जाने। किते चार बंदियां विच बह के गल कीती हुंदी ते किते होश आ जांदी गुरु वरतदा। बाणी दे विच मैं फिर किते दा खुलासा करांगा कि गुरु साहब इक्को पंक्ति विच दो विरोधी विचार क्यों कह रहे ने? सहस तव नैन, हजारां ही ने तेरियां अखां, नंद नैन है तोहे को, तेरी कोई भी अख नहीं। इत्थे जाके जे कहो भी बुद्धि के तल ते गुरबाणी की समझ आ जाएगी, नहीं आ सकती। इहदे लई बड़ा लंबा विस्तार ते बड़ी लंबी संगत की लोड़ पैंदी। यही कारण है कि असी एक राह नूं फड़ लैंदे हां, एक राह नूं, सानूं दूजे दी नाल समझ नहीं आउंदी। सो साध संगत जी, सतगुरु किरपा करन, सानूं समत बख्शिश करन। ਆਪਾਂ ਹੁਣ 2-4 ਮਿੰਟਾਂ ਵਾਸਤੇ ਸਿਮਰਨ ਵਿੱਚ ਜੁੜਾਂਗੇ, ਫਿਰ ਸਮਾਪਤੀ ਹੋਣੀ, ਪਾਠ ਸ਼ੁਰੂ ਹੋਣਾ।
ਔਰ ਸ਼ਾਮ ਦਾ ਫਿਰ ਦੀਵਾਨ ਭਗਤ ਕਬੀਰ ਜੀ ਦੇ ਸ਼ਲੋਕ ਚੱਲਦੇ ਨੇ ਤੇ ਸ਼ਾਮ ਨੂੰ ਆਪਾਂ ਉਹਦੀ ਵਿਆਖਿਆ ਕੱਲ ਸਵੇਰ ਦੀ ਵੀ ਹੈ ਤੇ ਮੇਰੇ ਖਿਆਲ ਕੱਲ ਸ਼ਾਮ ਨੂੰ, ਇਹ 3 ਦੀਵਾਨ ਤੇ ਸਵੇਰੇ ਸ਼ਾਮ ਦੇ ਨੇ, ਫਿਰ ਐਤਵਾਰ ਦਾ ਹੈ। ਇਸ ਤਰ੍ਹਾਂ ਆਪਾਂ ਗੁਰੂ ਚਰਨਾਂ ਨਾਲ ਜੁੜਨਾ ਹੈ। ਸੋ ਹੁਣ ਸਾਧ ਸੰਗਤ ਜੀ ਮੇਰੇ ਖਿਆਲ ਵਿੱਚ ਟਾਈਮ ਹੋ ਚੁੱਕਾ ਹੈ ਔਰ ਇੱਥੇ ਆਪਾਂ ਸਮਾਪਤੀ ਕਰਨੇ ਆ ਭੁੱਲਾਂ ਚੁੱਕਾਂ ਦੀ। ਆਪ ਜੀ ਨੇ ਖਿਮਾ ਕਰ ਦੇਣੀ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।